जिस टॉपिक ते ਅੱਜ ਮੈਂ ਤੁਹਾਨੂੰ ਪੜ੍ਹਾਉਣ ਲੱਗਾ ਹਾਂ, ਉਹ ਟੌਪਿਕ ਹੈ ਫਰਸਟ ਇਜ਼ ਯੂਅਰ processors and type of processors, then serial port, parallel port, PS2 port and USB port। ਇਸ ਟੌਪਿਕ ਦੇ ਵਿੱਚ ਇਸ ਯੂਨਿਟ ਦੇ ਵਿੱਚ ਇਹੀ ਹੁਣ ਸਾਡੇ ਕੋਲ ਟੌਪਿਕਸ ਲੈਫਟ ਹੈ। ਪ੍ਰੋਸੈਸਰਸ ਕੀ ਹੈ, what are different kind of processors, then ਇਨਪੁਟ ਆਊਟਪੁਟ ਕਮਿਊਨੀਕੇਸ਼ਨ ਲਈ ਅਸੀਂ ਪੋਰਟਸ ਯੂਜ਼ ਕਰਦੇ ਹਾਂ ਜਾਂ ਇੰਟਰਫੇਸਿਸ ਯੂਜ਼ ਕਰਦੇ ਹਾਂ। what is that serial port, ਉਹ ਸੀਰੀਅਲ ਪੋਰਟ ਕਿਉਂ ਯੂਜ਼ ਹੁੰਦਾ ਹੈ, what is parallel port, what is USB port and ਲਾਸਟ ਵਿੱਚ ਅਸੀਂ ਯੂਜ਼ ਕਰਾਂਗੇ, ਅਸੀਂ ਡਿਸਕਸ ਕਰਾਂਗੇ PS2 ਪੋਰਟ। ਕਿਉਂਕਿ ਕੰਪਿਊਟਰ ਦੇ ਵਿੱਚ ਅਗਰ ਮੈਂ ਪੋਰਟਸ ਦੀ ਗੱਲ ਕਰਾਂ, ਪੋਰਟਸ ਦੇ ਥਰੂ ਕਮਿਊਨੀਕੇਸ਼ਨ ਹੋਣੀ ਹੈ, पोर्ट्स के थ्रू ही कम्युनिकेशन होनी है। दैट इज वाई कंप्यूटर च सिर्फ प्रोसेसर्स, मैमरी, हार्ड डिस्क, फ्लॉपी डिस्क, CD रोम ਉਹਦੀ ਗੱਲ ਨਹੀਂ ਕਰਦੇ। ਕੰਪਿਊਟਰ ਦੇ ਇਨਪੁਟ ਆਊਟਪੁਟ ਪੈਰੀਫਿਰਲਸ ਦੀ ਵੀ ਅਸੀਂ ਗੱਲ ਕਰਦੇ ਹਾਂ। ਐਂਡ ਫॉर ਦੋਸ ਇਨਪੁਟ ਆਊਟਪੁਟ ਪੈਰੀਫਿਰਲਸ ਸਾਨੂੰ ਮੇਨ ਰਿਕੁਆਇਰਮੈਂਟਸ ਹੁੰਦੀ ਹੈ ਪੋਰਟ ਦੀ। ਠੀਕ ਹੈ, ਸੋ ਅੱਜ ਦਾ ਜੋ ਲੈਕਚਰ ਹੈ ਉਹ ਇਸੇ ਟੌਪਿਕ ਤੇ ਹੈ, different kind of processors, serial port, parallel port, PS2 port and last one is your USB port। और मैं मेनली ਇਹਨਾਂ ਸਾਰੇ ਟੌਪਿਕਸ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗਾ। ਐਂਡ ਇਫ ਐਟ ਆਲ ਜੇ ਮੇਰੇ ਕੋਲ ਜੋ ਮੈਨੂੰ ਲੱਗ ਰਿਹਾ ਸ਼ਾਇਦ ਪੋਰਟਸ ਅੱਜ ਦੇ ਟੌਪਿਕ ਵਿੱਚ ਰਹਿ ਜਾਣ, then I will cover that in the next lecture। ਸਭ ਤੋਂ ਪਹਿਲਾਂ ਪ੍ਰੋਸੈਸਰ। What is a processor? ਤੁਸੀਂ ਅੱਜ ਤੱਕ ਕੰਪਿਊਟਰ ਦੀ ਡੈਫੀਨੇਸ਼ਨ ਪੜ੍ਹੀ ਹੋਣੀ ਹੈ। ਕੰਪਿਊਟਰ ਦੀ ਡੈਫੀਨੇਸ਼ਨ ਦੇ ਵਿੱਚ ਜਾਂ ਕੰਪਿਊਟਰ ਦੇ ਬਲੌਕ ਡਾਇਗਰਾਮ ਦੇ ਵਿੱਚ ਇਨਪੁਟ ਡਿਵਾਈਸਸ ਹੁੰਦੇ ਆ, ਆਊਟਪੁਟ ਡਿਵਾਈਸਸ ਹੁੰਦੇ ਆ। ਠੀਕ ਹੈ, ਇਨਪੁਟ ਡਿਵਾਈਸਸ, ਆਊਟਪੁਟ ਡਿਵਾਈਸਸ, ਦੈਨ ਇੱਕ ਸੈਂਟਰ 'ਚ ਬਲੌਕ ਬਣਿਆ ਹੁੰਦਾ ਹੈ। ਉਸ ਬਲੌਕ ਦੇ ਵਿੱਚ ਅਸੀਂ ਕਹਿੰਦੇ ਆ ਸਾਡੇ ਕੋਲ ਅਰਥਮੈਟਿਕ ਲੌਜੀਕਲ ਯੂਨਿਟ ਹੁੰਦਾ ਹੈ, ਕੰਟਰੋਲ ਯੂਨਿਟ ਹੁੰਦਾ ਹੈ, ਮੈਮਰੀ ਹੁੰਦੀ ਹੈ ਐਂਡ ਨੀਚੇ ਉਹਦੇ ਸੈਕੰਡਰੀ ਸਟੋਰੇਜ ਡਿਵਾਈਸਸ ਹੁੰਦੇ। ਅਗਰ ਮੈਂ ਕੰਪਿਊਟਰ ਦੀ ਬਲੌਕ ਡਾਇਗਰਾਮ ਦੀ ਗੱਲ ਕਰਾਂ, ਸਾਡੇ ਕੋਲ ਇਨਪੁਟ ਡਿਵਾਈਸਸ ਹੈ, ਸਾਡੇ ਕੋਲ ਆਊਟਪੁਟ ਡਿਵਾਈਸਸ ਹੈ, ਸਾਡੇ ਕੋਲ ਅਰਥਮੈਟਿਕ ਲੌਜੀਕਲ ਯੂਨਿਟ ਹੈ, ਸਾਡੇ ਕੋਲ ਕੰਟਰੋਲ ਯੂਨਿਟ ਹੈ, ਸਾਡੇ ਕੋਲ ਮੈਮਰੀ ਹੈ, ਪ੍ਰਾਇਮਰੀ ਮੈਮਰੀ ਹੈ, ਸਾਡੇ ਕੋਲ ਸੈਕੰਡਰੀ ਸਟੋਰੇਜ। ਬਟ ਪ੍ਰੋਸੈਸਰ ਔਰ ਮਾਈਕਰੋ ਪ੍ਰੋਸੈਸਰ, मैं जो टर्म प्रोसेसर यूज कर रहे हैं, दिस इज द टर्म माइक्रो प्रोसेसर। माइक्रो प्रोसेसर इज द मेन ब्रेन ऑफ द कंप्यूटर। अगर ਤੁਹਾਡੇ ਕੰਪਿਊਟਰ 'ਚ ਮਾਈਕਰੋ ਪ੍ਰੋਸੈਸਰ ਨਹੀਂ ਹੈ ਤੇ ਖਤਮ, ਤੁਹਾਡਾ ਕੰਪਿਊਟਰ ਕੁਝ ਵੀ ਨਹੀਂ ਹੈ। ਔਰ ਆਮ ਤੌਰ ਤੇ ਅਸੀਂ ਕੰਪਿਊਟਰ ਦੀ ਨੇਮਿੰਗ ਵੀ ਮਾਈਕਰੋ ਪ੍ਰੋਸੈਸਰ ਦੇ ਬੇਸ ਤੇ ਕਰਦੇ ਹਾਂ। ਤੁਸੀਂ ਅਗਰ ਮਾਰਕੀਟ 'ਚੋਂ ਕੋਈ ਵੀ ਕੰਪਿਊਟਰ ਪਰਚੇਸ ਕਰਨ ਜਾਓ, ਤੁਸੀਂ ਡੈਲ HP ਦੀ ਗੱਲ ਨਹੀਂ ਅਸੀਂ ਕਰਦੇ, ਉਹ ਤਾਂ ਬ੍ਰਾਂਡ ਹੈ। ਡੈਲ HP ਦੇ ਵਿੱਚ ਉਸ ਕੰਪਿਊਟਰ ਦੀ ਕਨਫੀਗਰੇਸ਼ਨ ਕੀ ਹੈ। ਅੱਜ ਅਗਰ ਅੱਜ ਦੀ ਡੇਟ ਦੇ ਵਿੱਚ ਮੈਂ ਕਹਾਂ मैं कुछ कंप्यूटर मार्केट 'ਚ ਲੈਣ ਜਾਊਂਗਾ, मैं देखूंगा whether उस कंप्यूटर ਦੇ ਵਿੱਚ i3 प्रोसेसर है, i5 प्रोसेसर है या i7 प्रोसेसर है। i3 प्रोसेसर 10th जनरेशन है, 11th जनरेशन है, i5 प्रोसेसर ਦੀਆਂ ਵੀ ਇਦਾਂ ਜਨਰੇਸ਼ਨਸ ਹੈ, i7 ਦੀਆਂ ਵੀ ਸੇਮ ਵੇ ਜਨਰੇਸ਼ਨ ਹੈ। मैं यही चीज देखूंगा दैट किस टाइप ਦਾ प्रोसेसर है और ਉਹਦੇ ਅਕੋਰਡਿੰਗਲੀ ਹੀ ਤੁਹਾਡਾ ਕੰਪਿਊਟਰ ਦਾ ਮਾਰਕੀਟ ਰੇਟ ਹੁੰਦਾ ਹੈ। The processor, short form for microprocessor, also called central processing unit, is the central component of the PC। PC means personal computer। It is the brain that runs the show inside your computer। ਸਾਰੀ ਕੰਟਰੋਲਿੰਗ ਤੁਹਾਡੇ ਕੰਪਿਊਟਰ ਦੇ ਵਿੱਚ
इस प्रोसेसर दे थ्रू ही होनी है। द प्रोसेसर इज द लॉजिकल चिप। द प्रोसेसर इज ए चिप or a logic circuit that responds and processes the basic instructions to drive a particular computer। है कि एक छोटी जी चिप है ਜਿਹੜਾ ਕਿ ਸਾਰੀਆਂ ਇਨਸਟਰਕਸ਼ਨਸ ਨੂੰ ਪ੍ਰੋਸੈਸ ਕਰਦਾ ਹੈ ਔਰ ਉਹਨਾਂ ਇਨਸਟਰਕਸ਼ਨ ਨੂੰ ਪ੍ਰੋਸੈਸ ਕਰਕੇ ਰਿਜ਼ਲਟ ਆਬਟੇਨ ਕਰਦਾ ਹੈ। The main functions of a processor are fetching the data, decoding the data, executing the data, and write back operations of an instruction। ਅਗਰ ਤੁਸੀਂ ਮਾਈਕਰੋ ਪ੍ਰੋਸੈਸਰ ਪੜ੍ਹਿਆ ਹੋਏ ਇਸ ਸਮੈਸਟਰ ਤੁਸੀਂ ਉਸ ਸਬਜੈਕਟ ਨੂੰ ਮਾਈਕਰੋ ਪ੍ਰੋਸੈਸਰ ਨੂੰ ਪੜ੍ਹ ਰਹੇ ਹੋ ਤੇ ਤੁਹਾਡੇ ਲਈ ਬਹੁਤ ਈਜ਼ੀ ਗੱਲ ਹੋਏਗੀਆਂ that ਇੱਕ ਮਾਈਕਰੋ ਪ੍ਰੋਸੈਸਰ ਜਾਂ ਪ੍ਰੋਸੈਸਰ ਦੇ ਫੰਕਸ਼ਨਸ ਕੀ ਹੈ। ਫੈਚ ਕਰੇਗਾ, ਉਸ ਨੂੰ ਡਿਕੋਡ ਕਰੇਗਾ, ਉਸ ਨੂੰ ਐਕਸੀਕਿਊਟ ਕਰੇਗਾ ਔਰ ਰਾਈਟ ਬੈਕ ਆਪਰੇਸ਼ਨ ਕਰੇਗਾ। These all the operations that are associated with a processor। ਲੇਕਿਨ ਇਸ ਪਾਰਟਿਕੂਲਰ ਸਬਜੈਕਟ ਦੇ ਵਿੱਚ ਮੈਂ ਮਾਈਕਰੋ ਪ੍ਰੋਸੈਸਰ ਦੀ ਤਰ੍ਹਾਂ ਜ਼ਿਆਦਾ ਡਿਟੇਲ 'ਚ ਨਹੀਂ ਜਾਊਂਗਾ। ਜਿਸ ਤਰ੍ਹਾਂ ਅਸੀਂ ਮਾਈਕਰੋ ਪ੍ਰੋਸੈਸਰ 'ਚ ਕਰਦੇ ਹਾਂ ਆਪਕੋਡ ਫੈਚ ਹੈ ਉਹਦੀ ਅਸੀਂ ਪੂਰੀ ਟਾਈਮਿੰਗ ਡਾਇਗਰਾਮ ਬਣਾਉਂਦੇ ਹਾਂ। ਡਿਕੋਡ ਦੀ, ਐਕਸੀਕਿਊਟ ਦੀ, ਰਾਈਟ ਬੈਕ ਦੀ ਪੂਰੀ ਟਾਈਮਿੰਗ ਡਾਇਗਰਾਮ ਬਣਦੀ ਹੈ। ਬਟ ਦੈਟ ਇਜ਼ ਅ ਪਾਰਟ ਆਫ ਕਰਿਕੂਲਮ ਆਫ ਮਾਈਕਰੋ ਪ੍ਰੋਸੈਸਰ। ਇਸ ਸਬਜੈਕਟ ਦੇ ਵਿੱਚ ਮੈਂ ਸਿਰਫ ਦੱਸੂਗਾ ਦੈਟ ਪ੍ਰੋਸੈਸਰ ਦਾ ਰੋਲ ਕੀ ਹੈ ਔਰ ਸਾਡੇ ਕੋਲ ਡਿਫਰੈਂਟ ਕਾਈਂਡ ਆਫ ਕਿਹੜੇ ਪ੍ਰੋਸੈਸਰ ਮਾਰਕੀਟ ਦੇ ਵਿੱਚ ਅਸੀਂ ਯੂਜ਼ ਕਰਦੇ। Arithmetic logic unit and control unit are the two parts of a processor। Processor ਦੇ ਦੋ ਪਾਰਟ ਹੈ। First part is your ALU, arithmetic logic unit। Second part is control unit। Arithmetic logic unit ਦਾ ਕੰਮ ਹੈ arithmetical and logical instructions ਨੂੰ process ਕਰਨਾ। Arithmetic instructions ਹੁੰਦੀਆਂ mathematical instructions। The control unit is the overall controlling authority inside a computer। Meaning thereby ਜਿਹੜਾ ਤੁਹਾਡਾ ਕੋ ਪ੍ਰੋਸੈਸਰ ਹੈ ਉਸਨੇ arithmetic instructions ਨੂੰ ਵੀ ਪ੍ਰੋਸੈਸ ਕਰਨਾ ਹੈ, ਉਸਨੇ logical instruction ਨੂੰ ਵੀ ਪ੍ਰੋਸੈਸ ਕਰਨਾ ਹੈ, ਉਸਨੇ ਪੂਰੇ ਕੰਪਿਊਟਰ ਦੀ ਫੰਕਸ਼ਨਿੰਗ ਨੂੰ ਕੰਟਰੋਲ ਵੀ ਕਰਨਾ ਹੈ। That is why processor is being called as the brain of the computer। It is the processor। ਇਹ ਪ੍ਰੋਸੈਸਰ ਹੀ ਹੈ ਜਿਹੜਾ ਤੁਹਾਡੇ ਕੰਪਿਊਟਰ ਦੀ ਸਾਰੀ ਫੰਕਸ਼ਨ ਨੂੰ ਕੰਟਰੋਲ ਕਰਦਾ ਹੈ। ਔਰ ਕੰਟਰੋਲ ਯੂਨਿਟ ਔਰ ਅਰਿਥਮੈਟਿਕ ਯੂਨਿਟ, ਲੌਜੀਕਲ ਯੂਨਿਟ, ALU and control unit are the parts of a processor। Processor is divided into two sections। First one is arithmetic logical unit, second is your control unit। Control unit works like a traffic police। How? It manages the command or the operation of the instruction। command ਨੂੰ ਮੈਨੇਜ ਵੀ ਕਰਦਾ ਹੈ, ਉਹਦੇ ਆਪਰੇਸ਼ਨ ਨੂੰ ਕੰਟਰੋਲ ਵੀ ਕਰਦਾ ਹੈ। The processor communicates with other devices like input, output, memory, storage devices with the help of this particular control unit। इसने commands ਨੂੰ instructions ਵੀ ਦੇਣੀ ਹੈ, processing ਵੀ ਕਰਨੀ ਹੈ, input output devices ਦੇ ਨਾਲ communicate ਵੀ ਕਰਨਾ। ਅਦਰਵਾਈਜ਼ ਸਾਡੇ ਪ੍ਰੋਸੈਸਰ ਦੇ ਫੰਕਸ਼ਨਸ ਕੀ ਹੈ? ਅਗਰ ਮੈਂ ਕਹਾਂ ਸਾਰੇ ਦੇ ਸਾਰੇ ਫੰਕਸ਼ਨਸ ਪ੍ਰੋਸੈਸਰ ਦੇ ਹੈ then it is not wrong। Processor is overall controlling authority inside a computer। Performance, software support, stability and reliability, energy consumption and cooling, ਔਰ ਕਿਸ ਮਦਰਬੋਰਡ ਦੇ ਵਿੱਚ ਜਾ ਕੇ ਪ੍ਰੋਸੈਸਰ ਨੇ ਫਿੱਟ ਹੋਣਾ ਹੈ ਇਸਨੇ ਉਸ ਮਦਰਬੋਰਡ ਨੂੰ ਵੀ ਸਪੋਰਟ ਕਰਨਾ।
टाइप ऑफ प्रोसेसर मार्केट ਦੇ ਵਿੱਚ ਕਿੰਨੇ ਟਾਈਪ ਦੇ ਪ੍ਰੋਸੈਸਰਸ ਅਵੇਲੇਬਲ ਹੈ ਦੋ ਟਾਈਪ ਦੇ one is Intel ਪ੍ਰੋਸੈਸਰ ਜਿੰਨੇ ਵੀ ਤੁਸੀਂ ਕੰਪਿਊਟਰਸ ਯੂਜ਼ ਕਰਦੇ ਹੋ ਨਾ ਜਿੰਨੇ ਵੀ ਨਾਰਮਲੀ ਕੰਪਿਊਟਰਸ ਯੂਜ਼ ਕਰਦੇ ਹੋ ਸਾਰੇ Intel ਪ੍ਰੋਸੈਸਰ ਨੇ AMD ਪ੍ਰੋਸੈਸਰ ਵੀ ਅਵੇਲੇਬਲ ਹੈ ਜਿਹੜੇ ਕਿ Intel ਤੋਂ ਥੋੜੇ ਸਸਤੇ ਹੈ ਲੇਕਿਨ ਪ੍ਰੈਫਰਡ ਪ੍ਰੋਸੈਸਰਸ ਮਾਰਕੀਟ ਦੇ ਵਿੱਚ ਸਿਰਫ Intel ਪ੍ਰੋਸੈਸਰਸ ਹੀ ਹੈ not AMD ਪ੍ਰੋਸੈਸਰ ਮੈਂ ਇਸ ਟਾਈਪ ਆਫ ਪ੍ਰੋਸੈਸਰ ਦੇ ਵਿੱਚ ਇਹੀ ਡਿਸਕਸ ਕਰਾਂਗਾ ਮੈਂ ਮਾਈਕਰੋ ਪ੍ਰੋਸੈਸਰ ਦਾ ਬਲੌਕ ਡਾਇਗਰਾਮ ਮਾਈਕਰੋ ਪ੍ਰੋਸੈਸਰ ਦੀ ਫੰਕਸ਼ਨਿੰਗ ਨਹੀਂ ਡਿਸਕਸ ਕਰਾਂਗਾ ਬਿਕੋਜ਼ ਉਹ ਇਸ ਸਬਜੈਕਟ ਦੇ ਪਾਰਟ ਨਹੀਂ ਹੈ ਇਸ ਪਾਰਟਿਕੂਲਰ ਸਬਜੈਕਟ ਦੇ ਵਿੱਚ ਅਸੀਂ ਇਹ ਦੇਖਣਾ ਹੈ that practically ਮਾਰਕੀਟ 'ਚ ਕਿੰਨੇ ਟਾਈਪ ਦੇ ਪ੍ਰੋਸੈਸਰਸ ਅਵੇਲੇਬਲ ਹੈ ਔਰ ਹਰ ਪ੍ਰੋਸੈਸਰ ਦੇ ਪੋਜ਼ਿਟਿਵਸ ਕੀ ਹੈ ਨੈਗੇਟਿਵਸ ਕੀ ਸਾਡੇ ਕੋਲ ਦੋ ਟਾਈਪ ਦੇ ਪ੍ਰੋਸੈਸਰਸ ਅਵੇਲੇਬਲ ਹੈ ਜਿਹੜੇ ਅਸੀਂ ਮਾਰਕੀਟ 'ਚ ਯੂਜ਼ ਕਰਦੇ ਹਾਂ ਦੋਨੇ ਹੀ ਅਮਰੀਕਨ ਕੰਪਨੀਜ਼ ਹੈ one is Intel another is AMD Intel ਕੀ ਹੈ Intel ਦਾ ਫੁੱਲ ਫਾਰਮ ਕੀ ਹੈ INTEL ਇੰਟੀਗ੍ਰੇਟਿਡ ਸਰਕਿਟ Intel ਇੱਕ ਕੰਪਨੀ ਹੈ ਜਿਸ ਤਰ੍ਹਾਂ ਮਾਈਕਰੋਸਾਫਟ ਕੰਪਨੀ ਦਾ ਨਾਮ ਹੈ ਸੇਮ ਵੇ Intel ਇੱਕ ਕੰਪਨੀ ਹੈ ਇਸ ਦਾ Intel ਦਾ ਕਿੱਥੋਂ ਡਿਰਾਈਵ ਹੋਈ ਸੀ from integrated circuit it's an American company with headquarter in California Silicon Valley ਔਰ ਜਿਹੜੀ AMD ਹੈ ਉਹ ਵੀ ਅਮਰੀਕਨ ਕੰਪਨੀ ਹੀ ਹੈ ਉਹਦਾ ਹੈਡਕੁਆਟਰ ਵੀ ਕੈਲੀਫੋਰਨੀਆ ਦੇ ਵਿੱਚ ਹੀ ਹੈ Intel ਦੇ ਕਿੰਨੇ ਟਾਈਪ ਦੇ ਪ੍ਰੋਸੈਸਰਸ ਹੈ ਤੁਸੀਂ 8085 ਪੜ੍ਹ ਰਹੇ ਹੋ ਪ੍ਰੋਸੈਸਰ 8085 ਦੇ ਵਿੱਚ 16 ਬਿਟ ਦੀ ਐਡਰੈਸ ਬਸ ਜ਼ਰੂਰ ਹੈ ਲੇਕਿਨ ਅਦਰਵਾਈਜ਼ 8085 8 ਬਿਟ ਦਾ ਡਾਟਾ ਪ੍ਰੋਸੈਸ ਕਰਦਾ ਹੈ ਸੋ 8085 ਇਜ਼ ਐਨ 8 ਬਿਟ ਪ੍ਰੋਸੈਸਰ ਅਸੀਂ ਸਿਲੇਬਸ ਇਹੀ ਸਟੱਡੀ ਕਰਦੇ ਹਾਂ ਲੇਕਿਨ ਹੁਣ ਮੈਂ Intel ਦੇ ਪ੍ਰੋਸੈਸਰ ਦੀ ਜਨਰੇਸ਼ਨ ਦੀ ਗੱਲ ਕਰਨ ਲੱਗਾ ਸ਼ਾਇਦ ਮੈਂ ਅੱਗੇ ਵੀ ਤੁਹਾਨੂੰ ਇਹ ਚੀਜ਼ ਡਿਸਕਸ ਕੀਤੀ ਸੀ ਅੱਜ ਮੈਂ ਸੇਮ ਫਿਰ ਉਹੀ ਚੀਜ਼ ਤੁਹਾਨੂੰ ਡਿਸਕਸ ਕਰਨ ਲੱਗਾ that Intel ਦੇ ਕਿਹੜੇ ਪ੍ਰੋਸੈਸਰਸ ਕਿਦੋਂ ਡਿਰਾਈਵ ਹੋਏ ਸ਼ੁਰੂ ਚ 4 ਬਿਟ ਪ੍ਰੋਸੈਸਰ ਸੀਗਾ 4004 1971 ਚ ਇੰਟਰੋਡਿਊਸ ਹੋਇਆ the first microprocessor by Intel it was a 4-bit microprocessor MUP ਦਾ ਮਤਲਬ ਹੁੰਦਾ ਹੈ ਮਾਈਕਰੋਪ੍ਰੋਸੈਸਰ ਔਰ ਅਗਰ ਤੁਹਾਨੂੰ ਫਿਗਰ ਡਾਇਗਰਾਮ ਦਿਖ ਰਹੀ ਹੈ ਆ ਚਿਪ ਸੀਗੀ 4004 ਜਿਹਦਾ ਤੁਸੀਂ ਡਿਜੀਟਲ ਇਲੈਕਟ੍ਰੋਨਿਕਸ ਦੇ ਵਿੱਚ ਆਈਸੀਸ ਦੇਖੇ ਹੋਣੇ ਆ ਉਹਦਾ ਦੀ ਇੱਕ ਚਿਪ ਸੀ this was the Intel 4004 microprocessor that was the first microprocessor ਜਿਹੜਾ Intel ਨੇ ਲਿਆਈ ਸੀ ਮਾਰਕੀਟ 'ਚ and introduced in 1971 and it was a 4-bit processor ਮੈਂ ਇਹਨਾਂ ਸਾਰੇ ਪ੍ਰੋਸੈਸਰਸ ਦੀ ਬਹੁਤ ਡਿਟੇਲ 'ਚ ਟੈਕਨੀਕਲ ਡਿਟੇਲ 'ਚ ਨਹੀਂ ਜਾਊਂਗਾ ਬਿਕੋਜ਼ ਦੈਟ ਉਹ ਮੇਰੇ ਸਿਲੇਬਸ ਦਾ ਪਾਰਟ ਨਹੀਂ ਹੈ ਮੈਂ ਜਸਟ ਤੁਹਾਨੂੰ ਇੰਟਰੋਡਕਟਰੀ ਦੱਸੂਗਾ that ਇਹ ਪ੍ਰੋਸੈਸਰ ਇਸ ਈਅਰ 'ਚ ਇੰਟਰੋਡਿਊਸ ਹੋਇਆ then 4040 ਪ੍ਰੋਸੈਸਰ ਅਗੇਨ 4 ਬਿਟ 8 ਬਿਟ ਦਾ ਮਾਈਕਰੋਪ੍ਰੋਸੈਸਰ ਪਹਿਲਾ ਜਿਹੜਾ ਆਇਆ ਸੀਗਾ 8008 that was introduced in 1972 ਔਰ ਇਸ ਕਾਈਂਡ ਦੀ ਉਹਦੀ ਸ਼ਕਲ ਸੀ ਆ ਤੁਹਾਡੇ ਸਾਹਮਣੇ ਚਿਪ ਵੀ ਅਵੇਲੇਬਲ ਹੈ ਲੇਕਿਨ ਇਹ ਇੰਨਾ ਪਪੂਲਰ ਨਹੀਂ ਹੋਇਆ then 8080 ਸ਼ਾਇਦ 8080 ਬਾਰੇ ਤੁਹਾਨੂੰ ਅੱਗੇ ਵੀ ਡਿਸਕਸ ਕੀਤਾ ਇਫ ਯੂ ਲੁੱਕ ਐਟ ਦਿਸ ਵਨ ਇਹਦੇ ਉੱਪਰ ਹੀ ਲਿਖਿਆ ਹੋਇਆ 8080A ਇਹਨੂੰ ਅਸੀਂ 8080A ਕਹਿੰਦੇ ਸੀ 1974 ਚ ਇੰਟਰੋਡਿਊਸ ਹੋਇਆ it was an 8-bit microprocessor ਔਰ ਇਹਦੀ ਕਲੌਕ ਸਪੀਡ 2 ਮੈਗਾਹਰਟ ਸੀ ਪਿਛਲੇ ਪ੍ਰੋਸੈਸਰਸ ਦੇਖੋ ਕਿਲੋਹਰਟਜ਼ ਕਲੌਕ ਸਪੀਡ ਸੀ ਉਸ ਤੋਂ ਪਿਛਲੇ ਪ੍ਰੋਸੈਸਰਸ ਨੂੰ ਦੇਖੋ ਉਹਨਾਂ ਦੀ ਕਲੌਕ ਸਪੀਡ 740 ਕਿਲੋਹਰਟਜ਼ ਸੀ ਮੈਗਾਹਰਟਜ਼ ਵਾਲਾ ਫਸਟ ਮਾਈਕਰੋਪ੍ਰੋਸੈਸਰ ਜਿਹੜਾ ਇੰਟਰੋਡਿਊਸ ਹੋਇਆ ਸੀ that was 8080A
It was 10 times faster than 8008। मैं अगेन ਤੁਹਾਨੂੰ ਇਹੀ ਗੱਲ ਕਰ ਰਿਹਾ, तो सिर्फ मैं ਤੁਹਾਡੀ इंट्रोडक्शन ਲਈ ਗੱਲ ਕਰ ਰਿਹਾ। दिस टॉपिक इज नॉट फॉर एग्जामिनेशन पॉइंट ऑफ व्यू। ਤੁਹਾਨੂੰ ਸਿਰਫ ਆਈਡੀਆ ਹੋਣਾ ਚਾਹੀਦਾ ਵੀ ਇਹ ਕਿੰਨੇ ਬਿਟ ਦਾ ਪ੍ਰੋਸੈਸਰ ਸੀ, ਕਿੰਨੇ ਟ੍ਰਾਂजिस्टर्स ਲੱਗੇ ਹੈ, ਕਿੰਨੇ ਇਨਸਟਰਕਸ਼ਨਸ ਹੈ। नो नीड ऑफ दैट। मैं उस चीज ਨੂੰ ਬਹੁਤ ਜ਼ਿਆਦਾ ਡਿਸਕਸ ਕਰ ਵੀ ਨਹੀਂ ਰਿਹਾ। मैं सिर्फ दस ਰਿਹਾ ਵੀ ਇਹ 4 ਬਿਟ ਦਾ ਮਾਈਕਰੋ ਪ੍ਰੋਸੈਸਰ ਸੀ ਜਾਂ 8 ਬਿਟ ਦਾ ਮਾਈਕਰੋ ਪ੍ਰੋਸੈਸਰ। then ਜਿਹੜਾ ਫਰਸਟ ਵਾਈਡਲੀ ਯੂਜ਼ਡ ਮਾਈਕਰੋ ਪ੍ਰੋਸੈਸਰ ਮਾਰਕੀਟ ਚ ਆਇਆ that was Intel 8085, ਜਿਹੜਾ ਕਿ ਤੁਸੀਂ ਇੱਕ ਸਬਜੈਕਟ ਪੜ੍ਹ ਰਹੇ ਹੋ ਮਾਈਕਰੋ ਪ੍ਰੋਸੈਸਰ। ਐਂਡ ਆ ਦੇਖੋ ਇਹ ਮਾਈਕਰੋ ਪ੍ਰੋਸੈਸਰ 8085 ਇਸ ਕਾਈਂਡ ਦਾ ਸੀ, introduced in 1976, 8 bit microprocessor, clock bit ਸੀ 3 megahertz, data bus 8 bit थी, address bus 16 bit थी। और क्योंकि address bus 16 bit थी सी, that is why यदि memory capacity 2 raised per 16, that is equal to 64 KB। ਅਸੀਂ memory capacity इदा ही evaluate करते हैं 2 raised to power 16, जिन्ने bit दी address bus है उन्ने possible combinations बनूगे, उन्ने possible combinations बनूगे। that means यदि ਜਿਹੜੀ capacity होगी that is 64 KB amount of memory है होल्ड करता है। और इस ਮਾਈਕਰੋ ਪ੍ਰੋਸੈਸਰ ਨੂੰ ਤੁਸੀਂ ਡਿਟੇਲ ਦੇ ਵਿੱਚ ਆਪਣੇ ਸਬਜੈਕਟ ਮਾਈਕਰੋ ਪ੍ਰੋਸੈਸਰ ਚ ਪੜ੍ਹ ਰਹੇ ਹੋ। ਦੈਨ ਉਸ ਤੋਂ ਬਾਅਦ ਆ ਗਏ 16 ਬਿਟ ਮਾਈਕਰੋ ਪ੍ਰੋਸੈਸਰ। ਪਹਿਲਾ 4 ਬਿਟ ਸੀ, 8 ਬਿਟ ਆਏ, 16 ਬਿਟ ਦੇ ਵਿੱਚ ਸਭ ਤੋਂ ਪਹਿਲਾਂ 8086 ਆਇਆ ਮਾਈਕਰੋ ਪ੍ਰੋਸੈਸਰ। ਮੈਂ ਫਿਰ ਤੁਹਾਨੂੰ ਇਹੀ ਗੱਲ ਕਰ ਰਿਹਾ, ਇਹ ਸਾਰੇ ਇੰਟਲ ਦੇ ਮਾਈਕਰੋ ਪ੍ਰੋਸੈਸਰ ਹੈ। ਅਗਰ ਤੁਸੀਂ ਧਿਆਨ ਨਾਲ ਦੇਖੋਗੇ ਨਾ ਮਾਈਕਰੋ ਪ੍ਰੋਸੈਸਰ ਦੇ ਉੱਪਰ ਇੰਟਲ ਲਿਖਿਆ ਹੋਇਆ ਹੈ। ਇਹ ਸਾਰੇ ਮਾਈਕਰੋ ਪ੍ਰੋਸੈਸਰਸ ਇੰਟਲ ਕੰਪਨੀ ਦੇ ਮਾਈਕਰੋ ਪ੍ਰੋਸੈਸਰ ਹੈ। 8086 was the first 16-bit microprocessor, ठीक है। देन उस तो बाद आ गया 8088, ये भी 16-bit माइक्रोप्रोसेसर सीगा। उस तो बाद आ गया 80186, 80188, ਇਹ ਵੀ ਤੁਹਾਡੇ 16-bit ਮਾਈਕਰੋਪ੍ਰੋਸੈਸਰ। और देखो ਤੁਸੀਂ ਜਿੱਦਾਂ ਜਿੱਦਾਂ ਪ੍ਰੋਸੈਸਰ ਦੇ ਜਨਰੇਸ਼ਨ ਚੇਂਜ ਹੋ ਰਹੀਆਂ ਹੈ, ਪ੍ਰੋਸੈਸਰ ਦੀ ਸ਼ੇਪ ਚੇਂਜ ਹੋਣੀ ਸ਼ੁਰੂ ਹੋ ਗਈ। तो ਇਹ ਥੋੜਾ ਲੈਂਥ ਵਾਈਜ਼ ਸੀ, ਇਹ ਪੂਰਾ ਸਕੁਅਰ ਟਾਈਪ ਬਣ ਕੇ ਆ ਗਿਆ। देयरआफ्टर ਸਾਡੇ ਕੋਲ ਆਇਆ 80286, ਬਹੁਤ ਮਾਈਕਰੋ ਪ੍ਰੋਸੈਸਰ ਮਾਰਕੀਟ 'ਚ ਯੂਜ਼ ਹੋਇਆ ਸੀ। ਉਹਦਾ ਸੀ ਕੰਪਿਊਟਰ ਕਹਿੰਦੇ ਸੀ, ਕਿਹੜਾ ਕੰਪਿਊਟਰ ਮਾਰਕੀਟ 'ਚ ਲੈਣਾ 286 ਕੰਪਿਊਟਰ। ਤੁਸੀਂ ਕਿਸੇ ਪੁਰਾਣੇ ਪਰਸਨ ਨਾਲ ਗੱਲ ਕਰੋਗੇ ਨਾ, ਉਹਨਾਂ ਕੋਲ 286, 386, 486 ਕੰਪਿਊਟਰਸ ਅਵੇਲੇਬਲ ਹੋਗੇ, ਇਹ ਪ੍ਰੋਸੈਸਰ ਦੇ ਨਾਮ ਤੇ ਹੀ ਹੈ। ਦੈਨ 32 ਬਿਟ ਮਾਈਕਰੋ ਪ੍ਰੋਸੈਸਰ ਆ ਗਏ, ਇੱਥੇ ਤੱਕ 16 ਬਿਟ ਦੇ ਸੀ। 32 ਬਿਟ ਦੇ ਵਿੱਚ ਪਹਿਲਾ ਮਾਈਕਰੋ ਪ੍ਰੋਸੈਸਰ ਆਇਆ 80386। ਜਦੋਂ 80386 ਮਾਈਕਰੋ ਪ੍ਰੋਸੈਸਰ ਆਇਆ, ਇਹਦੀ ਡਾਟਾਬੇਸ 32 ਬਿਟ ਦੀ ਹੈ, ਇਹਦੀ ਐਡਰੈਸ ਬਸ 32 ਬਿਟ ਦੀ ਹੈ, 2/32, 4 GB ਆਫ ਮੈਮਰੀ ਆਪਣੇ ਆਪ ਬਣ ਗਈ। ਇਹ ਚੀਜ਼ਾਂ ਨੋਟ ਕਰਨਾ ਤਾਂ ਜਿੰਨੇ ਬਿਟਸ ਹੈ, ਜਿੰਨੇ ਬਿਟ ਦਾ ਮਾਈਕਰੋ ਪ੍ਰੋਸੈਸਰ ਹੈ, ਉਹਦੀ ਜਿੰਨੇ ਬਿਟ ਦੀ ਐਡਰੈਸ ਬਸ ਹੈ, 2/that that ਐਡਰੈਸ ਬਸ ਹੋ ਜਾਏਗੀ, ਉਨੀ ਉਸ ਪ੍ਰੋਸੈਸਰ ਦੀ ਮੈਮਰੀ ਕੈਪੈਸਿਟੀ ਹੋਏਗੀ। 80486, again it was 32 bit microprocessor, ठीक है। उस तो बाद आ गया introduced in 1993 Pentium edition, Pentium microprocessor। ਪਹਿਲਾ ਸੀ ਇਹਨੂੰ 586 ਕਹਿੰਦੇ ਸੀਗੇ, ਬਾਅਦ ਵਿੱਚ ਇਹਦੀ ਸੀਰੀਜ਼ ਦਾ ਨਾਮ Pentium ਸੀਰੀਜ਼ ਸ਼ੁਰੂ ਹੋ ਗਿਆ। ਇਸ ਤੋਂ ਬਾਅਦ ਆ ਗਿਆ Pentium 1, Pentium 2, Pentium 3, Pentium 4, Pentium Pro भी मार्केट ਚ आ ਗਿਆ। Pentium 2, पहला Pentium 1 आया, फिर Pentium 2 आ गया, देन देखो Pentium 3 आ गया, ठीक है। सारे 32 बिट माइक्रो प्रोसेसर है। प्रोसेसर की फोटोग्राफ देख लो, चेंज हो रही है। Pentium 4 आ गया। These all were 32 bit microprocessors, and this Pentium 4 it was introduced in year 2000। हाँ, उस तो बाद एक और माइक्रोप्रोसेसर बहुत पॉपुलर होया सी, that was this dual core। ड्यूल कोर क्यों पॉपुलर होया सी? क्योंकि ਇਹਦੇ ਵਿੱਚ ਦੋ ਕੋਰ ਸੀ,
डबल माइक्रोप्रोसेसर्स, ड्यूल कोर 2 माइक्रोप्रोसेसर्स, 2 कोर सीगे ਜਿਹੜੇ ਸਾਈਮਲਟੇਨੀਅਸਲੀ ਐਗਜ਼ੀਕਿਊਟ ਕਰਦੇ ਸੀ ਐਂਡ ਇਟ ਵਾਸ ਅਗੇਨ ਜਿਹੜਾ ਸਾਨੂੰ ਇੰਟਰੋਡਿਊਸ ਹੋਇਆ ਇਨ ਦਾ ਈਅਰ 2006। ड्यूल कोर तो बाद 64 बिट माइक्रोप्रोसेसर्स आ गए, आजकल 64 बिट ही चल रहे हैं। देन कोर टू ड्यू आ गया, ड्यूल कोर तो बाद कोर टू ड्यू ਅੱਜ ਵੀ ਕਰੰਟ ਡੇਟ ਦੇ ਵਿੱਚ ਵੀ ਤੁਹਾਨੂੰ ਕਾਫੀ ਕੰਪਿਊਟਰਸ ਮਿਲੂਗੇ ਜਿਹੜੇ ਕੋਰ ਟੂ ਡਿਊ ਮਾਈਕਰੋਪ੍ਰੋਸੈਸਰ ਹੈ। ਬੈਂਕਾਂ 'ਚ ਕਾਫੀ ਪੁਰਾਣੇ ਕੰਪਿਊਟਰ ਲੱਗੇ ਆ, ਉਹ ਕੋਰ ਟੂ ਡਿਊ ਚੱਲ ਰਹੇ। ਦੇਅਰ ਆਫਟਰ i3, i5, i7, ਅੱਜ ਦੀ ਡੇਟ ਦੇ ਵਿੱਚ ਅਸੀਂ i3, i5, i7 ਕੰਪਿਊਟਰ ਹੀ ਯੂਜ਼ ਕਰਦੇ ਹਾਂ। ਇਹਨਾਂ ਦੇ ਜਿਹੜੇ ਇੰਟਰੋਡਿਊਸ ਹੋਏ ਸੀ ਵੇ ਬੈਕ ਇਨ 2009-10 ਦੇ ਵਿੱਚ ਹੈ ਇੰਟਰੋਡਿਊਸ ਹੋਏ ਸੀ ਐਂਡ ਦੇ ਆਲ ਆਰ 64 ਬਿਟ ਮਾਈਕਰੋਪ੍ਰੋਸੈਸਰ। 64 ਬਿਟ ਦਾ ਮਤਲਬ ਹੈ 2 raised to power 64 is its memory capacity। ਠੀਕ ਹੈ ਜੀ, ਇਹ ਤਾਂ ਮੈਂ ਤੁਹਾਨੂੰ ਸਾਰੇ ਉਹ ਪ੍ਰੋਸੈਸਰਸ ਦੱਸੇ ਜਿਹੜੇ ਇੰਟੈਲ ਦੇ ਸੀ। ਲੇਕਿਨ ਇੰਟੈਲ ਦੇ ਕੰਪੈਰੀਜ਼ਨ ਦੇ ਵਿੱਚ ਇੱਕ ਹੋਰ ਕੰਪਨੀ ਹੈ ਜਿਹੜੀ ਮਾਈਕਰੋਪ੍ਰੋਸੈਸਰ ਬਣਾਉਂਦੀ ਹੈ, that is this AMD, and this AMD stands for Advanced Micro Devices. It is an American company based in Santa Clara, California. और ਇਹਦੇ मेन products ਕੀ ਹੈ? Microprocessor, motherboard, graphic cards. It is cheaper than Intel. हाँ, AMD ਦੇ ਜਿਹੜੇ processors ਹੈ ਇੰਟਲ ਨਾਲੋਂ ਸਸਤੇ ਹੈ। ਫਿਰ ਕੁਐਸਚਨ ਇਹ ਆਉਂਦਾ ਹੈ ਕਿ ਅਸੀਂ AMD ਦੇ ਪ੍ਰੋਸੈਸਰਸ ਕਿਉਂ ਨਹੀਂ ਯੂਜ਼ ਕਰਦੇ? ਵਾਈ ਵੀ ਟਰਾਈ ਟੂ ਯੂਜ਼ ਇੰਟਲ ਮਾਈਕਰੋਪ੍ਰੋਸੈਸਰਸ? ਅਸੀਂ ਇੰਟਲ ਦੇ ਮਾਈਕਰੋਪ੍ਰੋਸੈਸਰ ਕਿਉਂ ਯੂਜ਼ ਕਰਦੇ ਜਦ ਕਿ ਸਸਤੇ ਤਾਂ AMD ਦੇ। ਲੇਕਿਨ AMD ਦੀ ਪ੍ਰੋਸੈਸਰ 'ਚ ਕੁਝ ਲਿਮਿਟੇਸ਼ਨਸ ਵੀ ਹੈ, ਤੇ ਡੋਂਟ ਆਫਰ ਦਾ ਕੁਆਲਿਟੀ ਜਿਹੜੀ ਕਿ ਇੰਟਲ ਦੇ ਮਾਈਕਰੋਪ੍ਰੋਸੈਸਰ ਆਫਰ ਕਰਦੇ। ਇਟ ਇਜ਼ ਚੀਪਰ ਦੈਨ ਇੰਟਲ। ਅਗਰ ਤੁਹਾਨੂੰ ਸਸਤੇ ਕੰਪਿਊਟਰ ਲੈਣੇ ਹੈ ਦੈਨ ਗੋ ਫॉर AMD। लेकिन वर्ल्ड की 99% ऑफ द मार्केट ਤੁਹਾਡੀ इंटेल ਦੇ ਨਾਲ ਹੀ ਚੱਲਦੀ ਹੈ। AMD को बहुत थोड़ा मार्केट शेयर है। AMD processors ਦੀ ਪ੍ਰੋਬਲਮ ਕੀ ਹੈ? These processors consume more power in comparison to Intel. AMD also runs hotter while using। ਗਰਮ ਹੁੰਦੇ ਆ, ਜੇ ਪ੍ਰੋਸੈਸਰ ਗਰਮ ਹੋਏਗਾ ਤਾਂ ਉਹ ਹੈਂਗ ਕਰੇਗਾ, ਸਿਸਟਮ ਵਿੱਚ ਫਸ ਜਾਏਗਾ। If you want good performance, good compatibility, AMD processor is not a preferred option. Then Intel processor is a preferred option. AMD ਦੇ ਵਿੱਚ ਵੀ different generations ਹੈ, ਜਿਸ ਤਰ੍ਹਾਂ Intel 'ਚ ਹੈ, ਲੇਕਿਨ AMD ਦੀ generations ਬਹੁਤ popular ਨਹੀਂ ਹੋਈਆਂ। ਅਗਰ ਤੁਸੀਂ ਮੈਨੂੰ Intel ਦੀ generation ਦੀ ਗੱਲ ਕਰੋ, Intel processor ਦੀ generations ਬਹੁਤ popular ਹੋਈਆਂ। ਹਰ ਬੰਦਾ ਜਿਹੜਾ processors ਨਾਲ ਡੀਲ ਕਰਦਾ ਹੈ, they will just talk to ਤੁਹਾਡੇ ਨਾਲ ਗੱਲ ਕਰੂਗੇ ਸਿਰਫ Intel processors ਦੀ, AMD ਬਾਰੇ ਗੱਲ ਨਹੀਂ ਕਰੋਗੇ। ਲੇਕਿਨ ਸਟਿਲ ਫॉर योर नॉलेज ਸੇਕ ਮੈਂ ਤੁਹਾਨੂੰ ਦੱਸਦਾ, AMD ਦਾ AM286 ਮਾਈਕਰੋਪ੍ਰੋਸੈਸਰ ਆਇਆ, AM386 ਜਸਟ ਲਾਈਕ Intel ਦੀ ਕਾਪੀ ਕਰ ਰਹੇ, AM486, AM586 ਜਸਟ ਉਹਨਾਂ ਦੇ ਅਲਟਰਨੇਟਿਵ ਸੀ। thereafter AMD ਦਾ ਜਿਹੜਾ ਪ੍ਰੋਸੈਸਰ ਆਇਆ K5 ਆ ਗਿਆ, K6 ਆ ਗਿਆ, K7 ਆ ਗਿਆ, ਡਿਊਰੋਨ ਆਇਆ ਤੇ ਸੈਮਾਪਰੋਨ ਆਇਆ। 286, 386, 486, 586, K5, K6, K7, ਡਿਊਰੋਨ, ਸੈਮਪਰੋਨ। ਠੀਕ ਹੈ ਜੀ। ਲੇਕਿਨ ਨਾਓ ਦਿਸ ਇਜ਼ ਦਾ ਮੇਨ ਪੁਆਇੰਟ ਜਿਹੜਾ ਹੁਣ ਮੈਂ ਤੁਹਾਡਾ ਡਿਸਕਸ ਕਰਨ ਲੱਗਾ, ਡਿਫਰੈਂਸ ਕੀ ਦੋਨਾਂ ਦੇ ਵਿੱਚ। First point of difference is Intel the processor expensive है, they are more expensive than AMD processor, जबकि AMD the processor cheaper है। लेकिन Intel ਦੇ processor ਦੇ ਵਿੱਚ ਅਗਰ ਅਸੀਂ positive ਦੀ ਗੱਲ ਕਰੀਏ, Intel ਦੇ processor ਜਿਹੜੇ ਹੈ more efficient in performance। performance ਦਾ ਕੀ ਮਤਲਬ ਹੁੰਦਾ ਹੈ? performance ਦਾ ਮਤਲਬ ਹੈ, ਮੈਂ ਹੁਣ ਤੁਹਾਡੇ ਨਾਲ ਵੀਡੀਓ ਚੈਟ ਤੇ ਸਾਡੀ ਗੱਲਬਾਤ ਹੋ ਰਹੀ ਹੈ, ਲਾਈਕਵਾਈਜ਼ ਮੈਂ ਕੀ ਕਰ ਰਿਹਾ, ਮੈਂ ਤੁਹਾਨੂੰ ਲੈਕਚਰ ਡਿਲੀਵਰ ਕਰ ਰਿਹਾ,
और ਤੁਹਾਡੇ ਮੋਬਾਈਲ से ਜਾਂ ਤੁਹਾਡੇ ਲੈਪਟਾਪ ਤੇ ਮੇਰਾ ਲੈਕਚਰ ਆ ਰਿਹਾ नो डाउट ਇਹਦੇ ਲਈ ਸਾਨੂੰ ਅੱਛੀ ਇੰਟਰਨੈਟ ਦੀ ਲਾਈਨ ਚਾਹੀਦੀ ਹੈ ਇਹ ਤਾਂ ਬਿਲਕੁਲ ਰਿਕੁਆਇਰਮੈਂਟਸ ਹੈ ਵੀ ਤੁਹਾਡੇ ਕੋਲ ਅਗਰ ਅੱਛਾ ਇੰਟਰਨੈਟ ਦਾ ਕਨੈਕਸ਼ਨ ਹੈ देन ਤੁਹਾਨੂੰ ਇਹ ਲੈਕਚਰ ਬਹੁਤ ਕਲੀਅਰ ਸੁਣੇਗਾ ਔਰ ਅਗਰ ਇੰਟਰਨੈਟ ਦਾ ਕਨੈਕਸ਼ਨ ਅੱਛਾ ਨਹੀਂ ਹੈ ਤੁਹਾਨੂੰ ਉਹ ਲੈਕਚਰ ਦੇ ਵਿੱਚ ਥੋੜੀ ਥੋੜੀ ਡਿਲੇ ਆਏਗੀ ਇਕੋ ਵੀ ਆ ਸਕਦੀ लेकिन दैट इज द पॉइंट फॉर इंटरनेट या इंटरनेट की स्पीड का बट दूसरा पॉइंट एक ये भी है अगर मान लो मैं जिस कंप्यूटर से काम कर रहे हैं अगर मैं AMD कंप्यूटर से काम कर रहे हैं और नाल ही मेरे को पैरेलल इंटेल का कंप्यूटर भी है AMD ਦਾ ਕੰਪਿਊਟਰ ਉਨਾ ਫਾਸਟ ਐਫੀਸ਼ੀਐਂਟਲੀ ਮੇਰੀ ਇੰਸਟਰਕਸ਼ਨ ਨੂੰ ਪ੍ਰੋਸੈਸ ਨਹੀਂ ਕਰੇਗਾ ਕਿਦਾਂ ਮੰਨ ਲਓ ਇਸ ਟਾਈਮ ਮੈਂ ਪਾਵਰ ਪੁਆਇੰਟ ਤੇ ਤੁਹਾਡਾ ਸਲਾਈਡ ਵੀ ਚਲਾ ਰਿਹਾ ਪਾਵਰ ਪੁਆਇੰਟ ਤੇ ਸਲਾਈਡ ਦੇ ਨਾਲ ਨਾਲ ਮੇਰਾ ਜ਼ੂਮ ਐਪਲੀਕੇਸ਼ਨ ਵੀ ਚੱਲ ਰਹੀ ਹੈ ਮਲਟੀਟਾਸਕਿੰਗ ਦੋ ਐਪਲੀकेशंस एट द सेम टाइम क्योंकि मेरे को इंटेल प्रोसेसर है इंटेल प्रोसेसर उस चीज ਨੂੰ ਫਾਸਟ ਪ੍ਰੋਸੈਸ ਕਰਦਾ ਹੈ ਉਹਦੀ ਕੁਆਲਿਟੀ ਪ੍ਰੋਵਾਈਡ ਕਰਦਾ ਹੈ ਜਿਹੜੀ ਕਿ ਕੁਆਲਿਟੀ AMD ਪ੍ਰੋਸੈਸਰ ਪ੍ਰੋਵਾਈਡ नहीं करेगा दैट इज वाई इसलिए किया जाता है इंटेल प्रोसेसर इज मोर एफिशिएंट एज कंपेयर टू AMD प्रोसेसर थर्ड पॉइंट की कहता है जो ਤੁਸੀਂ इंटेल प्रोसेसर यूज करते हैं इंटेल प्रोसेसर ਦੇ ਵਿੱਚ ਨਾ ਕੂਲਿੰਗ ਮੈਕੈਨਿਜ਼ਮ ਵੀ ਅਵੇਲੇਬਲ ਹੈ दैट ਜਦੋਂ ਪ੍ਰੋਸੈਸਰ ਗਰਮ ਹੋ ਰਿਹਾ ਅਗਰ ਮੈਂ ਤੁਹਾਨੂੰ ਮਦਰਬੋਰਡ ਦੀ ਡਾਇਗਰਾਮ ਦਿਖਾਈ ਸੀ ਮਦਰਬੋਰਡ ਦੇ ਵਿੱਚ ਪ੍ਰੋਸੈਸਰ ਦੇ ਫੈਨ ਦੇ ਪੁਆਇੰਟਸ ਵੀ ਹੈ ਹੀਟ ਸਿੰਕ ਵੀ ਹੈ ਹੀਟ ਸਿੰਕ ਦਾ ਕੀ ਰੋਲ ਹੁੰਦਾ ਹੈ ਹੀਟ ਨੂੰ ਬਾਹਰ ਕੱਢਣਾ ਫੈਨ ਦਾ ਕੀ ਰੋਲ ਹੁੰਦਾ ਹੈ ਹੀਟ ਨੂੰ ਬਾਹਰ ਕੱਢਣਾ ਤਾਂ ਕਿ ਪ੍ਰੋਸੈਸਰ ਗਰਮ ਨਾ ਹੋਵੇ ਜਿੱਦਾਂ ਅਸੀਂ ਕਿਚਨਸ ਦੀ ਗੱਲ ਕਰਦੇ ਹਾਂ ਆਪਣੇ ਘਰਾਂ ਦੇ ਕਿਚਨਸ ਕੀ ਹੁੰਦਾ ਅਸੀਂ ਐਗਜ਼ੌਸਟ ਫੈਨ ਲਗਾਉਂਦੇ ਹਾਂ ਜਾਂ ਚਿਮਨੀ ਲਗਾਉਂਦੇ ਹਾਂ ਐਗਜ਼ੌਸਟ ਫੈਨ ਹੈ ਚਿਮਨੀ ਦਾ ਪਰਪਸ ਇੱਕ ਤਾਂ ਇਹ ਹੁੰਦਾ ਹੈ ਦੈਟ ਜਿੰਨਾ ਵੀ ਤੁਹਾਡਾ ਧੂਆਂ ਹੈ ਕਿਚਨ ਦਾ ਉਹ ਬਾਹਰ ਕੱਢ ਦਿਓ ਲੇਕਿਨ ਕੱਲਾ ਇਹ ਪਰਪਸ ਨਹੀਂ ਹੁੰਦਾ अगर उस रूम च कोई सफोकेशन भी है उस सफोकेशन ਨੂੰ ਵੀ ਬਾਹਰ ਕੱਢਣਾ ਹੈ सेम वे ਜਦੋਂ ਅਸੀਂ ਫੈਨ ਲਗਾਉਂਦੇ हैं ਕਿਸੇ ਵੀ ਪ੍ਰੋਸੈਸਰ ਤੇ ਜਾਂ ਹੀਟ ਸਿੰਕ ਲਗਾਉਂਦੇ हैं ਤਾਂ ਉਹਦੀ ਹੀਟ ਨੂੰ ਬਾਹਰ এনवायरमेंट ਚ ਕੱਢਦਾ ਹੈ ਤਾਂ ਕਿ ਉਹ ਪ੍ਰੋਸੈਸਰ ਜ਼ਿਆਦਾ ਹੀਟ ਨਾ ਹੋਵੇ ਇੰਟਲ ਦੇ ਵਿੱਚ ਕੂਲਿੰਗ ਮੈਕੈਨਿਜ਼ਮ ਹੈ ਲੇਕਿਨ ਜਿਹੜਾ AMD ਪ੍ਰੋਸੈਸਰ ਹੈ ਜ਼ਿਆਦਾ ਫਾਸਟਰ ਹੀਟ ਹੋ ਜਾਂਦਾ ਹੈ ਔਰ ਜਿਹੜਾ ਪ੍ਰੋਸੈਸਰ ਜਲਦੀ ਹੀਟ ਹੋ ਜਾਏਗਾ ਉਹ ਪ੍ਰੋਸੈਸਰ 15 ਮਿੰਟ ਅੱਧੇ ਘੰਟੇ ਬਾਅਦ ਤੁਹਾਡੇ ਕੰਪਿਊਟਰ ਨੂੰ ਹੈਂਗ ਕਰ ਦੇਗਾ आई होप ਤੁਸੀਂ ਹੈਂਗ ਦਾ ਮਤਲਬ ਸਮਝਦੇ ਹੋ ਕਿਉਂਕਿ ਤੁਸੀਂ ਸਾਰੇ ਮੋਬਾਈਲ ਯੂਜ਼ ਕਰਦੇ ਹੋ ਤੇ ਮੋਬਾਈਲ ਕਿਸੇ ਪੁਆਇੰਟ ਤੇ ਅੜ ਜਾਂਦਾ ਹੈ that means that is hacking और कंप्यूटर भी किसी पॉइंट पे आके अड़ गया इंस्ट्रक्शंस लेना बंद कर दे दैट मीन्स ਤੁਹਾਡਾ कंप्यूटर हैंग कर गया फोर्थ पॉइंट ऑफ डिफरेंस है इंटेल प्रोसेसर इज फास्ट सेम 486 other 486 इंटेल 486 would be faster as compared to AMD 486 सेम कंपैरिजन दे प्रोसेसर्स लांगे इंटेल ਦਾ ਪ੍ਰੋਸੈਸਰ ਫਾਸਟ ਹੈ ਐਸ ਕੰਪੇਅਰ ਟੂ AMD ਪ੍ਰੋਸੈਸਰ ਇੰਟਲ ਪ੍ਰੋਸੈਸਰ ਦੀ ਕਲੌਕ ਸਪੀਡ ਜ਼ਿਆਦਾ ਹੈ AMD ਦੀ ਘੱਟ ਹੈ ਜੇ ਕਲੌਕ ਸਪੀਡ ਜ਼ਿਆਦਾ ਹੈ that means it's running faster as compared to AMD ਪ੍ਰੋਸੈਸਰ ਹੋਰ ਜਿੰਨੇ ਸਰਵਰਸ ਆਉਂਦੇ ਹੈ ਜਿੰਨੇ ਸਰਵਰਸ ਆਉਂਦੇ ਹੈ ਹਾਈ ਐਂਡ ਸਰਵਰਸ server hybrid technology is not as innovative as AMD लेकिन ਜਿਹੜੀ ਹਾਈ ਐਂਡ ਸਰਵਰਸ ਆਉਂਦੇ ਹੈ somehow ਅਸੀਂ ਉੱਥੇ AMD ਯੂਜ਼ ਕਰ ਲੈਂਦੇ ਹਾਂ ਕਿਉਂਕਿ ਉੱਥੇ ਉਸ ਸਰਵਰਸ ਟੈਕਨੋਲੋਜੀ ਆਮ ਕੰਪਿਊਟਰਸ ਡੈਸਕਟਾਪ ਦੀ ਗੱਲ ਨਹੀਂ ਮੈਂ ਕਰ ਰਿਹਾ ਸਰਵਰ ਦੇ ਵਿੱਚ ਸਮਟਾਈਮਸ ਅਸੀਂ AMD ਕੰਪਿਊਟਰ ਯੂਜ਼ ਕਰਦੇ ਹਾਂ ਕਿਉਂਕਿ ਉਹ ਟੈਕਨੋਲੋਜੀ AMD ਨੇ ਇੰਟਰੋਡਿਊਸ ਕੀਤੀ and the last and the most important point it has symmetric microprocessor capabilities from 4 sockets to 16 cores ਜਦਕਿ ਉਹਦੇ ਵਿੱਚ ਕਿੰਨੇ ਆ 8 ਸੌਕਟ ਤੋਂ ਲੈ ਕੇ 32 ਕੋਰ ਇਹ ਉਸ ਮਾਈਕਰੋਪ੍ਰੋਸੈਸਰ ਦੀ ਕੈਪੇਬਿਲਿਟੀ ਹੈ ਇਹ ਜਿਹੜੀ ਚੀਜ਼ ਡਿਪਿਕਟ ਕਰ ਰਹੀ ਹੈ this depicts the capability of that particular microprocessor ਠੀਕ ਹੈ ਜੀ ਸੋ ਅਸੀਂ ਕੀ ਕੀਤਾ what we have done today ਅਸੀਂ ਕੀਤਾ that comparison of different microprocessor
One is your Intel microprocessor, another is your AMD microprocessor. AMD सस्ते जरूर है, लेकिन they are not technologically advanced, they are not that fast, they are not that much reliable. That is why instead of AMD microprocessors, ਅਸੀਂ normally ਜਿਹੜੇ use ਕਰਦੇ ਹਾਂ Intel microprocessor 99% of cases ਦੇ ਵਿੱਚ use ਕੀਤਾ ਜਾਂਦਾ ਹੈ. And Intel is the preferred mode of computer ਜਿਹੜਾ ਅਸੀਂ normally conventionally use ਕਰਦੇ ਹਾਂ. Now this is about processors. ਹੁਣ ਮੈਂ ਇੱਥੇ processors ਦੀ ਗੱਲ ਕੀਤੀ ਹੈ, लेकिन नेक्स्ट टॉपिक ਜਿਹੜਾ मैं डिस्कस कर रहे हैं दैट इज द पोर्ट्स. सीरियल पोर्ट, पैरेलल पोर्ट, यूएसबी पोर्ट एंड PS2 पोर्ट. और पोर्ट ਦਾ यूज ਕੀ ਹੈ ਕਿ फिर से मैं इस पोर्ट ਦਾ टॉपिक ਅੱਜ डिटेल ਚ कवर ਕਰਾਂਗਾ, ਅੱਜ डिटेल ਚ कवर नहीं ਕਰਾਂਗਾ, लेकिन मैं ਤੁਹਾਨੂੰ ਇੱਕ ਥੋੜੀ ਬਹੁਤ ਇੰਟਰੋਡਕਸ਼ਨ ਦੇ ਦੇਣਾ ਹੈ that पोर्ट्स ਦਾ ਰੋਲ ਕੀ ਹੈ. कीबोर्ड ਨੂੰ मैं कंप्यूटर ਨਾਲ कनेक्ट करना है, आई नीड ए पोर्ट. ट्रेन है, चलती पई है, कित्थे आके खड़ी होएगी? प्लेटफॉर्म ते. सिमिलरली अगर मैं प्रिंटर नू कंप्यूटर ना कनेक्ट करना है then I need a port. अगर मैं माउस नू कंप्यूटर ना कनेक्ट करना है I need a port. अगर मैं मॉडेम या राउटर नू कंप्यूटर ना कनेक्ट करना है I need a port. अगर मैं तुहाडे स्कैनर नू, डिजिटाइजर नू, स्पीकर नू किसे नू भी कंप्यूटर ना कनेक्ट करना है then I need a port. For any kind of input-output communication with the computer, we always need a port. और ਅਸੀਂ पोर्ट ਨੂੰ किस वे ਨਾਲ डिवाइड ਕਰਦੇ हैं, किन्ने डिफरेंट काइंड ਦੇ पोर्ट्स अवेलेबल है, वही मैं ਤੁਹਾਡੇ ਨਾਲ डिस्कस करांगा. One is serial, another is parallel. ठीक है, ਜੇ ਤੁਸੀਂ शिफ्ट रजिस्टर्स पढ़िया होया है ਤਾਂ ਤੁਹਾਨੂੰ ਸੀਰੀਅਲ ਪੈਰਲਲ ਚ ਡਿਫਰੈਂਸ ਪਤਾ ਲੱਗਾ ਹੋਏਗਾ. डिजिटल इलेक्ट्रॉनिक्स ਚ सीरियल पोर्ट्स आंदे है. One is 1 by 1, serial is 1 by 1, parallel means all the bits at a time. ਤੁਸੀਂ SIPO and PIPO ਪੜਿਆ ਹੋਊਗਾ. serial in, parallel out, serial in, serial out, parallel in, serial out, parallel in, parallel out. ਉਹੀ ਡਿਫਰੈਂਸ ਤੁਹਾਡੇ ਸੀਰੀਅਲ ਔਰ ਪੈਰਲਲ ਪੋਰਟਸ ਦੇ ਵਿੱਚ ਹੈ. सीरियल पोर्ट ਦੇ ਵਿੱਚ 1 bit at a time एंटर करेगा, जबकि पैरेलल ਦੇ ਵਿੱਚ मल्टीपल बिट्स at a time एंटर करोगे और उस वे नाल एक्सिट करोगे. सो सीरियल पोर्ट और पैरेलल पोर्ट ਅੱਜ ਦੀ ਡੇਟ 'ਚ ਘੱਟ ਯੂਜ਼ ਹੁੰਦੇ. ਅਗਰ ਮੈਂ ਇਹ ਗੱਲ ਕਹਾਂ ਸੀਰੀਅਲ ਪੋਰਟ ਐਂਡ ਪੈरेलल पोर्ट ਅੱਜ ਦੀ ਡੇਟ 'ਚ ਇੰਨੇ ਜ਼ਿਆਦਾ ਯੂਜ਼ ਨਹੀਂ ਹੁੰਦੇ, ਕਿਉਂਕਿ एवरीथिंग nowadays that is being replaced by USB. कि USB port is the fastest port that is available nowadays. So आज ਦੇ ਲੈਕਚਰ ਦਾ ਟਾਈਮ ਖਤਮ ਹੋ ਰਿਹਾ ਹੈ. ਕੱਲ ਮੈਂ ਇਹੀ ਟੌਪਿਕ ਲੈ ਕੇ ਤੁਹਾਡੇ ਜਿਹੜੇ ਇਹ ਯੂਨਿਟ ਆਫ ਸਿਲੇਬਸ ਹੈ, ਸੈਕੰਡ ਯੂਨਿਟ ਆਫ ਸਿਲੇਬਸ ਕੱਲ ਮੈਂ ਖਤਮ ਕਰਨਾ. ਠੀਕ ਹੈ ਜੀ.